ਖੇਤੀ ਬਿੱਲਾਂ ਨੂੰ ਲੈ ਕੇ ਜਿਹੜੇ ਕਿਸਾਨ ਲਗਾਤਾਰ 4 ਮਹੀਨਿਆਂ ਤੋਂ ਆਪਣਾ ਸੰਘਰਸ਼ ਕਰ ਰਹੇ ਆ, ਉਸ ਨੂੰ ਲੈ ਕੇ ਜਿਹੜੇ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰ ਬੈਠੇ ਨੂੰ ਕਮ ਸੇ ਕਮ 1.5 ਮਹੀਨੇ ਦਾ ਸਮਾਂ ਹੋ ਚੱਲਿਆ, ਪਰ ਕੇਂਦਰ ਸਰਕਾਰ ਵੱਲੋਂ ਹਜੇ ਵੀ ਕੋਈ ਰਣਨੀਤੀ ਨਹੀਂ ਬਣਾਈ ਜਾ ਰਹੀ। 9 ਗੇੜ ਦੀਆਂ ਮੀਟਿੰਗਾਂ ਹੋਈਆਂ, ਉਹ ਮੀਟਿੰਗਾਂ ਵੀ ਬੇਸਿੱਟਾ ਰਹੀਆਂ। ਪਰ ਅੱਜ ਆਪਾਂ ਜਿਹੜੀ ਗੱਲ ਕਰਾਂਗੇ ਖੰਨਾ ਦੇ ਰੇਲਵੇ ਸਟੇਸ਼ਨ ਦੇ ਉੱਪਰ, ਜਿੱਥੇ ਕਿ ਇੱਕ ਕਿਸਾਨਾਂ ਵੱਲੋਂ ਇੱਥੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ। ਉਹ ਜੋ ਕੈਂਪ ਹੈਗਾ ਆ, ਉਹਨਾਂ ਨੇ ਕਿਸਾਨਾਂ ਦੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਸਮਰਪਿਤ ਕਰਨ ਲਈ ਇਹ ਕੈਂਪ ਖੂਨਦਾਨ ਲਗਾਇਆ ਗਿਆ ਹੈ। ਇਹ ਜਿਹੜਾ ਕੈਂਪ ਹੈਗਾ ਤੁਹਾਨੂੰ ਦਿਖਾਉਣਾ ਚਾਹਾਂਗੇ। ਇਹ ਤਾਂ ਦੇਖੋ ਬੋਰਡ ਲੱਗਿਆ ਹੋਇਆ ਜਿਹੜਾ ਹੋਲਡਿੰਗ ਦਾ, ਨਿਊ ਏਜ ਵੈਲਫੇਅਰ ਕਲੱਬ ਰਜਿਸਟਰ ਖੰਨਾ ਵੱਲੋਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕਿਸਾਨ ਸੰਘਰਸ਼ ਦੇ ਸ਼ਹੀਦ ਹੋਏ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਜੋ ਇੱਥੇ ਲਗਾਇਆ ਜਾ ਰਿਹਾ ਹੈ। ਆਓ ਅੰਦਰ ਜਾ ਕੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਇਸ ਖੂਨਦਾਨ ਕੈਂਪ ਦੀਆਂ। ਜਿਹੜੇ ਇੱਥੇ ਕੁਛ ਰੇਲਵੇ ਪੁਲਿਸ ਦੇ ਅਧਿਕਾਰੀ ਜਿਹੜੇ ਇੱਥੇ ਖੂਨਦਾਨ ਵੀ ਦੇ ਰਹੇ ਆ। ਜਿਹੜੇ ਕਿਸਾਨ ਇੱਥੇ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਉੱਥੇ ਅੰਦੋਲਨ ਦੇ ਵਿੱਚ ਜਿਹੜੇ ਸ਼ਹੀਦ ਹੋਏ ਆ, ਉਸ ਨੂੰ ਮੁੱਖ ਰੱਖਦੇ ਹੋਏ ਇੱਥੇ ਕੁਛ ਆਪਣੇ GRP ਵਾਲੇ ਜਿਹੜੇ ਮੁਲਾਜ਼ਮ ਆ, ਰੇਲਵੇ ਪੁਲਿਸ ਵਾਲੇ, ਉਹ ਇੱਥੇ ਖੂਨਦਾਨ ਦੇ ਰਹੇ ਹੈਗੇ ਆ। ਖੂਨਦਾਨ ਦੇਣ ਤੋਂ ਬਾਅਦ ਅੱਗੇ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਜਿਹੜੀ ਉੱਥੇ ਇਹਨਾਂ ਨੂੰ ਮਤਲਬ ਕਿ ਜਿਹੜੇ ਡਾਈਟ ਦਿੱਤੀ ਜਾਂਦੀ ਹੈ ਦੁੱਧ ਦੀ, ਔਰ ਜੋ ਇੱਥੇ ਰੱਖਿਆ ਇਹਨਾਂ ਦਾ ਸਮਾਨ ਜੋ ਫਰੂਟ ਵਗੈਰਾ ਉਹ ਦਿੱਤਾ ਜਾਂਦਾ ਹੈ। ਸਾਡੇ ਨਾਲ ਇੱਥੇ ਨਿਊ ਵੈਲਫੇਅਰ ਕਲੱਬ ਦੇ ਜਿਹੜੇ ਇੱਥੇ ਮੈਂਬਰ ਸਾਹਿਬਾਨ ਆ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਰ ਜਿਹੜਾ ਤੁਸੀਂ ਅੱਜ ਇਸ ਖੂਨਦਾਨ ਕੈਂਪ ਦੇ ਵਿੱਚ ਜਿਹੜਾ ਤੁਸੀਂ ਅੱਜ ਇੱਥੇ ਆਪਣਾ ਬਲੱਡ ਕੈਂਪ ਲਗਾਇਆ ਹੈਗਾ, ਕਿਸ ਮੁੱਖ ਨੂੰ ਰੱਖ ਕੇ ਤੁਸੀਂ ਇਹ ਬਲੱਡ ਕੈਂਪ ਸ਼ੁਰੂ ਕੀਤਾ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆਪਣਾ? ਮੇਰਾ ਨਾਮ ਸੰਦੀਪ ਸਿੰਘ, ਪ੍ਰਧਾਨ ਨਿਊ ਏਜ ਵੈਲਫੇਅਰ ਕਲੱਬ ਖੰਨਾ। ਜੀ ਡੇਨੀ ਸਰ, ਤੁਹਾਡਾ ਪਹਿਲਾ ਸਵਾਗਤ ਹੈ ਜੀ। ਥੈਂਕ ਯੂ ਸਰ ਤੁਹਾਡਾ। ਸਰ ਜਿਹੜਾ ਕਿਸਾਨੀ ਸੰਘਰਸ਼ ਨੂੰ ਘੱਟੋ ਘੱਟ 4 ਮਹੀਨੇ ਦਾ ਸਮਾਂ ਹੋ ਚੱਲਿਆ। ਬਿਲਕੁਲ ਜੀ। ਇੱਥੇ ਵੀ ਰੇਲਵੇ ਸਟੇਸ਼ਨ ਤੇ ਬੈਠਣ ਨੂੰ 108 ਦਿਨ ਹੋ ਚੱਲੇ ਆ। ਹਾਂਜੀ ਪਹਿਲਾਂ ਧਰਨੇ ਤੇ ਬੈਠੇ ਆ, ਉਸ ਤੋਂ ਬਾਅਦ ਭੁੱਖ ਹੜਤਾਲ ਕੀਤੀ ਹੈ। ਬਿਲਕੁਲ ਜੀ। ਕਿਸਾਨ ਸ਼ਹੀਦ ਹੋਏ ਆ, ਜੀ 70 ਤੋਂ ਉੱਪਰ ਕਿਸਾਨ ਸ਼ਹੀਦ ਹੋ ਚੁੱਕੇ ਆ। ਉਸ ਨੂੰ ਮੁੱਖ ਰੱਖਦੇ ਹੋਏ ਤੁਸੀਂ ਅੱਜ ਜਿਹੜਾ ਕੈਂਪ ਲਗਾਇਆ ਖੂਨਦਾਨ ਕੈਂਪ, ਕੀ ਕਹਿਣਾ ਜੀ? ਪਹਿਲਾਂ ਤਾਂ ਮੈਂ ਬਹੁਤ ਹੀ ਤੁਹਾਡਾ ਸਾਰੀ ਟੀਮ ਦਾ ਧੰਨਵਾਦ ਕਰਦਾ। ਤੇ ਉਸ ਤੋਂ ਬਾਅਦ ਜੋ ਇਹ ਕੈਂਪ ਅਸੀਂ ਆਰਗੇਨਾਈਜ਼ ਕੀਤਾ ਹੈ, ਇਹ ਅਸੀਂ ਇੱਕ ਜੋ ਵੀ ਅਸੀਂ ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਦਿੱਲੀ ਦੇ ਵਿੱਚ ਵੀ ਅਸੀਂ ਕੈਂਪ ਆਰਗੇਨਾਈਜ਼ ਕੀਤਾ ਸੀ ਪਿਛਲੇ ਮਹੀਨੇ, ਤੇ ਜੋ ਅੱਜ ਅਸੀਂ ਖੰਨੇ ਦੇ ਵਿੱਚ ਅੱਜ ਕੈਂਪ ਲਾਇਆ, ਇਹ ਜੋ ਵੀ ਆਪਣੇ ਵੀਰ ਭਰਾ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਅਸੀਂ ਵਿਸ਼ਾਲ ਖੂਨਦਾਨ ਕੈਂਪ ਰੇਲਵਾ ਰੋਡ ਖੰਨਾ ਤੇ ਕਿਸਾਨੀ ਦੇ ਮੁੱਖ ਰੱਖਦੇ ਸੀ ਤੇ ਕੈਂਪ ਲਗਾਇਆ ਗਿਆ। ਸਰ ਇਹ ਜਿਹੜਾ ਡਾਕਟਰਾਂ ਦੀ ਟੀਮ ਹੈਗੀ ਆ, ਇਹ ਕਿਹੜੀ ਟੀਮ ਹੈਗੀ? ਇਹ ਖੰਨਾ ਨਰਸਿੰਗ ਹੋਮ ਬਲੱਡ ਬੈਂਕ ਦੀ ਟੀਮ ਆ ਜੀ। ਇਸ ਨੇ ਪਹਿਲਾਂ ਵੀ ਕੋਈ ਕੈਂਪ ਲਾਇਆ ਵਗੈਰਾ ਖੂਨ ਵਗੈਰਾ ਦੇ? ਨਹੀਂ, ਅਸੀਂ ਪਹਿਲਾਂ ਕੈਂਪ ਲਾਉਂਦੇ ਹਾਂ, ਬਟ ਇਹ ਖੰਨਾ ਨਰਸਿੰਗ ਟੀਮ ਨਾਲ ਸਾਡਾ ਪਹਿਲਾ ਕੈਂਪ ਆ ਤੇ ਇਹਨਾਂ ਨੇ ਬਲੱਡ ਬੈਂਕ ਹੀ ਪਿਛਲੇ ਮਹੀਨੇ ਸ਼ੁਰੂ ਕੀਤਾ ਹੈ। ਕਿੰਨੇ ਕੁ ਇੱਥੇ ਜਿਹੜੇ ਲੋਕ ਆ ਜਿਹੜੇ ਜਿਵੇਂ ਦੇਖਿਆ ਜਾ ਰਿਹਾ ਕਿ ਇੱਥੇ ਕੁਝ ਪੁਲਿਸ ਅਧਿਕਾਰੀ ਵੀ ਹੈਗੇ ਆ, ਕਿੰਨੇ ਜਿਹਨਾਂ ਦੇ ਖੂਨ ਦੇ? ਫਿਲਹਾਲ 10 ਯੂਨਿਟ ਹੋ ਚੁੱਕੀਆਂ ਨੇ, ਸਾਡਾ 25-30 ਦਾ ਟੀਚਾ ਕਰਨ ਦਾ ਹੈ। ਕੀ ਟਾਈਮਿੰਗ ਹੈ ਸਰ? ਇਹ 1 ਵਜੇ ਤੱਕ ਕੰਮ ਚੱਲੇਗਾ ਜੀ। ਹਾਂਜੀ ਬਿਲਕੁਲ। ਸੋ ਇਹ ਸੰਦੀਪ ਜੀ ਕਹਿੰਦੇ ਜਿਹੜਾ ਕੈਂਪ ਹੈਗਾ ਸਾਡੇ 10 ਯੂਨਿਟ ਇੱਥੇ ਦੇ ਚੁੱਕੇ ਆ। ਇਹ ਜਿਹੜਾ ਕੈਂਪ ਹੈਗਾ 1 ਵਜੇ ਤੱਕ ਚੱਲੂਗਾ। ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਇੱਥੇ ਜਿਹੜੇ ਬੈਠੇ ਆ ਹਸਪੀਟਲ ਦੇ ਜਿਹੜੇ ਅਧਿਕਾਰੀ, ਉਹ ਪਹਿਲਾਂ ਇੱਥੇ ਬਕਾਇਦਾ ਉਹਨਾਂ ਦਾ ਬਲੱਡ ਟੈਸਟ ਕੀਤਾ ਜਾਂਦਾ। ਬਲੱਡ ਟੈਸਟ ਕੀਤੇ ਤੋਂ ਬਾਅਦ ਰਿਫਲ ਦਿੱਤੀ ਜਾਂਦੀ ਆ, ਮਾਸਕ ਦਿੱਤਾ ਜਾਂਦਾ ਆ, ਹੱਥ ਸੈਨੀਟਾਈਜ਼ਰ ਕੀਤੇ ਜਾਂਦੇ ਆ। ਹੱਥ ਸੈਨੀਟਾਈਜ਼ਰ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਅੱਗੇ ਪ੍ਰਕਿਰਿਆ ਹੈਗੀ ਆ ਖੂਨਦਾਨ ਦੀ, ਉਹ ਤੁਸੀਂ ਦੇਖ ਸਕਦੇ ਹੋ। ਉੱਥੇ ਜਿਹੜੀ ਟੀਮ ਹੈਗੀ ਆ ਉਹ ਖੂਨਦਾਨ ਜਿਹੜੇ ਦੇ ਰਹੇ ਆ, ਕੁਛ ਅਧਿਕਾਰੀ ਤਾਂ ਪੁਲਿਸ ਮੁਲਾਜ਼ਮ ਦੇ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਅਧਿਕਾਰੀ ਖੂਨਦਾਨ ਦੇ ਰਹੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਮੇਰਾ ਨਾਮ ਐਸਆਈ ਹਰਪ੍ਰੀਤ ਸਿੰਘ। ਸਾਡੇ ਦਿਲ ਨੂੰ ਬਹੁਤ ਸਕੂਨ ਮਹਿਸੂਸ ਹੋ ਰਿਹਾ ਵੀ ਜਿਹੜਾ ਸਾਡਾ ਖੂਨ ਹੈ ਕਿਸੇ ਮਤਲਬ ਲੋੜਵੰਦ ਦੇ, ਜਿਵੇਂ ਕੋਈ ਜ਼ਖਮੀ ਬੰਦਾ ਹੋ ਜਾਂਦਾ ਕਿਸੇ ਹਸਪੀਟਲ 'ਚ, ਉਹਨੂੰ ਲੋੜਵੰਦ ਦੇ ਸਾਨੂੰ ਕੰਮ ਆ ਸਕੇ ਸਾਡਾ ਖੂਨ। ਕਿਉਂਕਿ ਜਿਹੜਾ ਇਹ ਖੂਨ ਆ, ਇਹ ਡਾਕਟਰ ਸਾਹਿਬ ਜਿਹੜੀ ਟੀਮ ਇੱਥੇ ਆਈ ਆ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ। ਉਹਨਾਂ ਨੇ ਸਾਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਗਾਈਡ ਕੀਤਾ ਵੀ ਇਹ ਜਿਹੜਾ ਖੂਨ ਆ ਸਰ, ਵੀ ਇਹ ਬਹੁਤਾ 24 ਘੰਟੇ ਦੇ ਵਿੱਚ ਕਰੀਬ ਪੂਰਾ ਹੋ ਜਾਂਦਾ ਹੈਗਾ, ਤੇ ਜਿਹੜਾ ਇਹ ਖੂਨ ਤੁਸੀਂ ਦੇਵੋਗੇ ਤਾਂ ਇਹ ਕਿਸੇ ਲੋੜਵੰਦ ਦੇ ਕੰਮ ਆ ਜਾਵੇ। ਇਸ ਲਈ ਸਾਨੂੰ ਬੜਾ ਹੀ ਸਕੂਨ ਮਹਿਸੂਸ ਹੋ ਰਿਹਾ ਵੀ ਸਾਡਾ ਜਿਹੜਾ ਖੂਨ ਆ ਕਿਸੇ ਲੋੜਵੰਦ ਦੇ ਕੰਮ ਆ ਸਕੇ, ਉਹਦੀ ਜਾਨ ਜਿਹੜੀ ਬਚ ਸਕੇ। ਸਰ ਪਹਿਲਾਂ ਵੀ ਕਦੇ ਖੂਨ ਦਿੱਤਾ ਤੁਸੀਂ? ਹਾਂਜੀ, ਮੈਂ ਪਹਿਲਾਂ ਵੀ SSP ਆਫਿਸ ਸਾਡੇ ਕੈਂਪ ਲੱਗਿਆ ਸੀਗਾ
ਪੁਲਿਸ ਜ਼ਿਲ੍ਹਾ ਖੰਨਾ ਦੇ ਵਿੱਚ, ਉੱਥੇ ਵੀ ਮੈਂ ਖੂਨ ਦਿੱਤਾ ਤੇ ਹੋਰ ਵੀ ਸਾਡੇ ਪੁਲਿਸ ਅਧਿਕਾਰੀਆਂ ਨੇ ਉੱਥੇ ਖੂਨ ਜਿਹੜਾ ਦਿੱਤਾ ਸੀਗਾ। ਇਸਾ ਕਿੰਨੀ ਵਾਰ ਦੇਣ ਲੱਗੇ ਤੁਸੀਂ? ਮੈਂ ਕਰੀਬ ਇਹ ਚੌਥੀ ਕੁ ਵਾਰੀ ਖੂਨ ਦੇ ਰਿਹਾ ਆਪਣਾ। ਹਾਂ, ਚੌਥੀ ਵਾਰ ਖੂਨ ਦੇ ਰਹੇ ਆ। ਇਹਨਾਂ ਦਾ ਕਹਿਣਾ ਇਹ ਹੈ ਕਿ ਜਿਹੜਾ ਇਹ ਖੂਨ ਆ, ਜਿਹੜੇ ਲੋਕ ਕੁਝ ਪ੍ਰੋਬਲਮ ਆਉਂਦੀ ਕਿਸੇ ਹਸਪੀਟਲ ਦੇ ਵਿੱਚ, ਜਿਹਨਾਂ ਨੂੰ ਜਿਹੜਾ ਖੂਨ ਨਹੀਂ ਮਿਲਦਾ ਹੈਗਾ, ਅਸੀਂ ਉਹਨਾਂ ਨੂੰ ਮੁੱਖ ਰੱਖਦੇ ਇਹ ਖੂਨ ਦਿੱਤਾ। ਸਾਡੇ ਨਾਲ ਇੱਥੇ ਕੁਲਦੀਪ ਸਿੰਘ ਜੀ ਮੌਜੂਦ ਹੈਗੇ। ਸਤਿ ਸ਼੍ਰੀ ਅਕਾਲ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਰ, ਅੱਜ ਖੂਨਦਾਨ ਦਿੱਤਾ ਹੈ ਭਾਜੀ, ਸਾਡੇ ਕੋਲ ਕਈ ਦਿਨਾਂ ਤੋਂ ਇਹ ਕਿਸਾਨ ਯੂਨੀਅਨ ਦਾ ਜੋ ਧਰਨਾ ਚੱਲ ਰਿਹਾ, ਇਹਨਾਂ ਨੇ ਉੱਥੇ ਦਿੱਲੀ ਜੋ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਬਲੱਡ ਕੈਂਪ ਲਗਾਇਆ ਸੀਗਾ। ਇਹਦੇ ਤਹਿਤ ਅਸੀਂ ਸੋਚਿਆ ਵੀ ਚਲੋ ਸਾਡੇ ਦਰਾਂ ਮੂਹਰੇ ਆ ਡਿਊਟੀ ਦੇ ਨਾਲ ਨਾਲ ਅਸੀਂ ਵੀ ਇੱਥੇ ਖੂਨ ਦੇ ਸਕਦੇ ਹਾਂ ਜਾਂ ਖੂਨ ਦਾਨ ਕਰ ਸਕਦੇ ਹਾਂ। ਉਹਦੇ ਬਿਹਾਫ ਤੇ ਅਸੀਂ ਜੀ ਆਪੋ ਆਪਣੀ ਮੇਰੇ ਨਾਲ ਦੇ ਸਾਥੀ ਕਰਮਚਾਰੀਆਂ ਨੇ ਯੂਨਿਟਾਂ ਦਿੱਤੀਆਂ ਨੇ। ਉਹ ਅਸੀਂ ਇਸ ਪਰਪਸ ਲਈ ਕੀਤਾ ਵੀ ਚਲੋ ਇਹ ਸਾਡਾ ਜਿਹੜਾ ਖੂਨ ਹੈ ਜੀ, ਇਹ ਕਿਸੇ ਵੀ ਜ਼ਖਮੀ ਲਈ ਜਾਂ ਕਿਸੇ ਕਿਸਮ ਦੇ ਆਪਾਂ ਵੀ ਕਹਿ ਲਈਏ ਵੀ ਲੋੜਵੰਦ ਭਰਾ ਲਈ ਸਾਡਾ ਖੂਨ ਆ ਜਿਹੜਾ ਕੰਮ ਆ ਸਕੇ, ਤਾਂ ਕਿ ਉਹਦੀ ਕੀਮਤੀ ਜਾਨ ਬਚ ਸਕੇ। ਇਹਦੇ ਰਿਗਾਰਡਿੰਗ ਤੁਸੀਂ ਜਿਹੜਾ ਸਵਾਲ ਕਰਿਆ ਵੀ ਪਹਿਲੋਂ ਵਾਲੀ ਗੱਲ, ਉਹ ਮੈਂ ਕਰੀਬ ਹੁਣ ਤੱਕ ਜੀ 9-10 ਯੂਨਿਟਾਂ ਦੇ ਚੁੱਕਿਆ। ਕਰੀਬ 11ਵੀਂ ਕੁ ਵਾਰ ਇਹ ਮੈਂ ਯੂਨਿਟ ਦੇ ਰਿਹਾ। 11ਵੀਂ ਵਾਰ ਯੂਨਿਟ ਦੇ ਰਹੇ ਹੋ ਸਰ। ਜਿਹੜਾ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਦੇਖਿਆ ਜਾਂਦਾ ਕਿ ਜਿਵੇਂ ਆਪਣਾ ਜਿਹੜਾ ਕਿਸਾਨੀ ਸੰਘਰਸ਼ ਚੱਲਦਾ ਪਿਆ, ਘੱਟੋ ਘੱਟ 4 ਮਹੀਨੇ ਦਾ ਸਮਾਂ ਹੋ ਗਿਆ। ਇਹ ਵੀ ਤੁਹਾਡੇ ਇੱਥੇ ਤੁਸੀਂ ਇੱਥੇ ਡਿਊਟੀ ਵੀ ਦਿੰਦੇ ਹੈਗੇ ਹੋ, ਇਹਨਾਂ ਨੂੰ ਘੱਟੋ ਘੱਟ ਮੈਂ 108 ਦਿਨ ਦਾ ਸਮਾਂ ਹੋ ਚੱਲਿਆ ਇੱਥੇ ਬੈਠੇ ਨੂੰ। ਤੁਸੀਂ ਪੂਰੇ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਖੜੇ ਹੋਏ ਹੋ। ਦੇਖੋ ਜੀ, ਮੇਰੀ ਡਿਊਟੀ ਆ ਪਹਿਲੀ ਗੱਲ ਤਾਂ ਇੱਥੇ ਰੇਲਵੇ ਸਟੇਸ਼ਨ ਖੰਨਾ ਤੇ ਹੀ ਆ, ਮੇਰੇ ਕੋਲੇ ਬੈਠੇ ਨੇ। ਚਲੋ ਮੈਂ ਇਹਨਾਂ ਨੂੰ ਜਿੰਨਾ ਕੁ ਸਹਿਯੋਗ ਆਪਣੀ ਡਿਊਟੀ ਦੇ ਵਿੱਚ ਦੇ ਸਕਦਾ ਉਹਨਾਂ ਕਰ ਰਿਹਾ, ਕਿਉਂਕਿ ਮੇਰੇ ਭਰਾ ਨੇ, ਮੇਰੇ ਬਜ਼ੁਰਗ ਨੇ, ਮੇਰੇ ਵੱਡੇ ਨੇ, ਮੇਰਾ ਆਦਰਸ਼ ਨੇ, ਤੇ ਮੈਂ ਵੀ ਖੇਤੀ ਨਾਲ ਸੰਬੰਧ ਰੱਖਦਾ ਤੇ ਇਸ ਕਰਕੇ ਅਸੀਂ ਇਹਨਾਂ ਦੀ ਪੂਰੀ ਇਮਦਾਦ ਕਰ ਰਹੇ ਹਾਂ। ਖੂਨ ਵੀ ਇਸੇ ਰਿਗਾਰਡਿੰਗ ਦਿੱਤਾ ਅਸੀਂ ਵੀ ਚਲੋ ਕਿਸੇ ਲੋੜਵੰਦ ਦੇ ਕੰਮ ਆ ਸਕੇ ਜੀ। ਅਸੀਂ ਖੂਨ ਦੇ ਕੇ ਆਪਣੇ ਆਪ ਨੂੰ ਬੜਭਾਗਾ ਤੇ ਸਕੂਨ ਮਹਿਸੂਸ ਕਰ ਰਹੇ ਹਾਂ। ਥੈਂਕ ਯੂ ਭਾਜੀ। ਇੱਕ ਚੀਜ਼ ਹੋਰ ਸਰ ਪੁੱਛਦੇ, ਲਾਸਟ ਸਵਾਲ ਮੇਰਾ ਜੀ। ਘੱਟੋ ਘੱਟ ਕਿਸਾਨ ਉੱਥੇ ਜੇ ਬੈਠੇ ਹੋਏ ਆ ਦਿੱਲੀ ਦੇ ਵਿੱਚ, ਘੱਟੋ ਘੱਟ 1.5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਜੀ। ਪਰ ਜਿਹੜੀ ਕੇਂਦਰ ਸਰਕਾਰ ਆ ਹਜੇ ਤੱਕ ਕੋਈ ਫੈਸਲਾ ਨਹੀਂ ਲੈ ਰਹੀ। ਜਿਹੜੀਆਂ 9 ਦੀਆਂ 9 ਮੀਟਿੰਗਾਂ ਹੋਈਆਂ ਕਿਸਾਨਾਂ ਨਾਲ ਕੇਂਦਰ ਸਰਕਾਰ ਦੀਆਂ, ਉਹ ਵੀ ਬੇਸਿੱਟਾ ਰਹੀਆਂ। ਜਿਹੜੀ ਹੁਣ 10ਵੇਂ ਦੌਰ ਦੀ ਮੀਟਿੰਗ ਹੈਗੀ ਆ, ਉਹ 10 ਤਰੀਕ ਨੂੰ ਆਪਣਾ 19 ਤਰੀਕ ਨੂੰ ਸ਼ੁਰੂ ਹੋਣੀ ਹੈ। ਜੀ। ਕੀ ਲੱਗਦਾ ਜਿਹੜਾ ਕੇਂਦਰ ਸਰਕਾਰ ਦਾ ਇੰਨਾ ਅਰਰ ਰਵੱਈਆ ਹੈਗਾ ਆ ਕਿ ਕਿਸੇ ਪਾਸੇ ਨੂੰ ਉਹ ਝੁਕ ਨਹੀਂ ਰਹੀ? ਇੰਨੇ ਬਜ਼ੁਰਗ ਉੱਥੇ ਬੱਚੇ ਹੈ, ਮਹਿਲਾਵਾਂ ਹੈ, ਬਜ਼ੁਰਗ ਔਰਤਾਂ ਹੈ ਜਿਹੜੀਆਂ ਉੱਥੇ ਉਸ ਧਰਨੇ ਦੇ ਵਿੱਚ ਸ਼ਾਮਲ ਹੋਈਆਂ ਹੋਈਆਂ, ਪਰ ਕੇਂਦਰ ਸਰਕਾਰ ਹਜੇ ਕੁਝ ਵੀ ਉਹਨਾਂ ਦੇ ਵਿੱਚ ਕੋਈ ਫੈਸਲਾ ਨਹੀਂ ਸੁਣਾ ਰਹੀ। ਦੇਖੋ ਭਾਜੀ, ਪਹਿਲੀ ਗੱਲ ਤਾਂ ਇਹ ਵੀ ਮੈਂ ਇਦਾਂ ਦੀ ਕੋਈ ਕਿਸੇ ਕਿਸਮ ਦੀ ਜਥੇਬੰਦੀ ਵਾਲੀ ਜਾਂ ਇਦਾਂ ਦੀ ਕੋਈ ਗੱਲ ਨਹੀਂ ਕਰਾਂਗਾ, ਕਿਉਂਕਿ ਸਰਕਾਰ ਵਾਲੀ ਜਾਂ ਹੋਰ ਮੈਂ ਇੱਕ ਡਿਊਟੀ ਪਰਸਨ ਆ। ਪਰ ਫਿਰ ਵੀ ਮੈਂ ਤਾਂ ਇਹ ਗੱਲ ਕਹੂੰਗਾ ਵੀ ਉਹ ਸਾਡੇ ਦੁਆਰਾ ਹੀ ਚੁਣੇ ਹੋਏ ਨੁਮਾਇੰਦੇ ਨੇ। ਪਬਲਿਕ ਦੀ ਜਾਂ ਕਿਸਾਨਾਂ ਦੀ ਗੱਲ ਇਹਨਾਂ ਨੂੰ ਸੁਣਨੀ ਚਾਹੀਦੀ ਹੈ। ਮੈਂ ਤਾਂ ਸਿਰਫ ਇੰਨਾ ਹੀ ਕਹੂੰਗਾ, ਕਿਉਂਕਿ ਦੇਖੋ ਜੋ ਬੱਚੇ ਬਜ਼ੁਰਗ ਠੰਡ 'ਚ ਬੈਠੇ ਨੇ, ਉਹਨਾਂ ਦੀ ਗੱਲ ਜੋ ਸੁਣਨ ਵਾਲੀ ਧਿਰ ਆ ਉਹਨਾਂ ਨੂੰ ਸੁਣਨੀ ਚਾਹੀਦੀ ਹੈ। ਮੈਂ ਤਾਂ ਇੰਨੀ ਹੀ ਗੱਲ ਕਹਾਂਗਾ। ਬਿਲਕੁਲ, ਇਹ ਕੁਲਦੀਪ ਸਿੰਘ ਜੀ ਸੀ ਜਿਨ੍ਹਾਂ ਨੇ ਕਿਹਾ ਕਿ ਮੈਂ ਇੱਕ ਇਹੀ ਅਪੀਲ ਕਰਨਾ ਚਾਹੂੰਗਾ ਕਿ ਜਿਹੜੀ ਇੰਨੇ ਠੰਡ ਦੇ ਵਿੱਚ ਕਿਸਾਨ ਉੱਥੇ ਬੈਠੇ ਹੋਏ ਆ, ਕਿ ਕੇਂਦਰ ਸਰਕਾਰ ਨੂੰ ਉਹਨਾਂ ਦੀ ਆਵਾਜ਼ ਸੁਣ ਕੇ ਜੋ ਉਹਨਾਂ ਦਾ ਹੱਕ 'ਚ ਫੈਸਲਾ ਹੁੰਦਾ ਕਰਕੇ ਉਹਨਾਂ ਨੂੰ ਮੁੜ ਕਰ ਵਾਪਸ ਭੇਜਣਾ ਚਾਹੀਦਾ। ਕਿ ਇੰਨੀ ਠੰਡ ਦੇ ਵਿੱਚ ਜਿਹੜੇ ਉੱਥੇ ਬੱਚੇ ਬਜ਼ੁਰਗ ਮਹਿਲਾਵਾਂ ਬੈਠੀਆਂ ਹੋਈਆਂ, ਕੇਂਦਰ ਸਰਕਾਰ ਕੋਈ ਫੈਸਲਾ ਕਰੇ। ਫੈਸਲਾ ਕਰਕੇ ਜਿਹੜੇ 3 ਕਾਲੇ ਕਾਨੂੰਨ ਹੈ ਉਹ ਵਾਪਸ ਲੈ ਕੇ ਉਹ ਕਿਸਾਨ ਖੁਸ਼ੀ ਆਪਣੇ ਘਰੇ ਆ। ਸਾਡੇ ਨਾਲ ਇੱਥੇ ਕਿਸਾਨ ਆਗੂ ਵੀ ਮੌਜੂਦ ਹੈਗੇ ਆ, ਅਸੀਂ ਉਹਨਾਂ ਵੀ ਗੱਲਬਾਤ ਕਰਾਂਗੇ। ਅਸੀਂ ਜਾਣਾਂਗੇ ਉਹਨਾਂ ਕੋਲੋਂ ਕਿ ਸਰ ਜਿਹੜਾ ਤੁਸੀਂ ਕਿਸਾਨੀ ਸੰਘਰਸ਼ ਤੇ ਬੈਠੇ ਹੋਏ ਹੋ ਇੰਨਾ ਟਾਈਮ ਹੋ ਗਿਆ। ਹਾਂ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਘੱਟੋ ਘੱਟ ਤੁਹਾਨੂੰ 108 ਦਿਨ ਹੋ ਗਏ ਇੱਥੇ ਰੇਲਵੇ ਸਟੇਸ਼ਨ ਤੇ। ਹਾਂਜੀ। ਪਹਿਲਾਂ ਤੁਸੀਂ ਧਰਨਾ ਲਗਾਇਆ, ਉਸ ਤੋਂ ਬਾਅਦ ਤੁਸੀਂ ਭੁੱਖ ਹੜਤਾਲ ਕੀਤੀ। ਹਾਂਜੀ। ਭੁੱਖ ਹੜਤਾਲ ਤੋਂ ਬਾਅਦ ਅੱਜ ਤੁਸੀਂ ਜਿਹੜਾ ਇੱਕ ਖੂਨਦਾਨ ਬਲੱਡ ਕੈਂਪ ਲਗਾਇਆ ਇੱਥੇ, ਕੀ ਕਹਿਣਾ ਚਾਹੋਗੇ? ਮੈਂ ਜਸਵੀਰ ਸਿੰਘ, ਇਹ ਸਾਡੇ ਯੂਥ ਵਿੰਗ ਦੇ ਪ੍ਰਧਾਨ ਜੀ ਦੀ ਬੜੀ ਸੋਚ ਸੀ ਕਿ ਸਾਡੇ ਜਿਹੜੇ ਭਰਾ ਸਾਡੇ ਸਾਥੀ ਸਾਨੂੰ ਵਿਛੋੜਾ ਦੇ ਗਏ ਨੇ ਸੰਘਰਸ਼ ਲੜਦਿਆਂ ਉਹਨਾਂ ਦੀ ਯਾਦ ਵਿੱਚ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਿੱਚ, ਉਹਨਾਂ ਦੀਆਂ ਰੂਹਾਂ ਨੂੰ ਸ਼ਾਂਤੀ ਵਾਸਤੇ ਆਪਾਂ ਖੂਨਦਾਨ ਕੈਂਪ ਲਗਾਈਏ। ਤੋ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੀ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਬੈਨੀਪਾਲ ਅਤੇ ਸਰਦਾਰ ਗੁਰਬੀਰ ਸਿੰਘ ਭੱਟੀ, ਇਹਨਾਂ ਦੀ ਅੱਜ ਰਹਿਨਮਾਈ ਹੇਠ ਕੈਂਪ ਲੱਗਿਆ। ਇਹ ਜਿਹੜਾ ਖੂਨਦਾਨ ਹੈ ਸਭ ਤੋਂ ਵੱਡਾ ਦਾਨ ਹੈ। ਇਹ ਖੂਨ ਕਿਸੇ ਆਪਣੇ ਦੁਸ਼ਮਣ ਦੀ ਵੀ, ਆਪਣੇ ਮਿੱਤਰ ਦੀ ਵੀ ਜਾਨ ਬਚਾ ਸਕਦਾ ਹੈ। ਕੀ ਪਤਾ ਸਾਡਾ ਖੂਨ ਕਿਹਨੂੰ ਲੱਗਣਾ ਹੈ, ਮਿੱਤਰ ਨੂੰ ਲੱਗ ਗਿਆ ਉਹਦੀ ਵੀ ਜਾਨ ਬਚੂਗੀ, ਦੁਸ਼ਮਣ ਲੱਗ ਗਿਆ ਉਹਦੀ ਵੀ ਜਾਨ ਬਚ ਗਈ, ਕੀ ਪਤਾ ਸਾਨੂੰ ਕਿਹਦਾ ਖੂਨ ਲੱਗਦਾ। ਇਸ ਵਾਸਤੇ ਇਹ ਖੂਨ ਸਭ ਤੋਂ ਵੱਡਾ ਹੈ। ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ, ਜਿਨ੍ਹਾਂ ਨੇ ਕੈਂਪ ਦਾ ਕਿਤੇ ਸੁਣਿਆ ਹੋਵੇ ਉਹ ਜ਼ਰੂਰ ਇੱਥੇ ਪਹੁੰਚਣ, ਖੂਨਦਾਨ
ਆਪਣਾ ਵੱਧ ਤੋਂ ਵੱਧ ਕਰਨ। ਇਹ 'ਚ ਕੋਈ ਘਬਰਾਉਣ ਦੀ ਲੋੜ ਨਹੀਂ। ਇਹ ਖੂਨ ਤਾਂ 5-7 ਦਿਨ 'ਚ ਹੀ ਪੂਰਾ ਹੋ ਜਾਂਦਾ। ਮੈਂ ਖੁਦ 20-25 ਵਾਰ ਖੂਨ ਦੇ ਚੁੱਕਿਆ ਅਤੇ ਹੁਣ ਮੈਨੂੰ ਡਾਕਟਰਾਂ ਨੇ ਥੋੜ੍ਹਾ ਜਿਹਾ ਮਨ੍ਹਾ ਕੀਤਾ ਹੋਇਆ ਸੀ, ਕਹਿੰਦੇ ਤੁਸੀਂ ਬਿਰਧ ਹੋ ਗਏ, ਤੁਸੀਂ ਰਹਿਣ ਦਿਓ ਅਤੇ ਇਹਦੇ ਕੋਈ ਫਰਕ ਨਹੀਂ ਪੈਂਦਾ ਹੈਗਾ। ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਖੂਨ ਦੇ ਕੇ ਕਿਸੇ ਵੀ ਆਪਣੇ ਦੁਸ਼ਮਣ ਦੀ ਸੱਜਣ ਮਿੱਤਰ ਦੀ ਜਾਨ ਬਚ ਸਕਦੀ ਹੈ, ਉਹ ਜ਼ਰੂਰ ਆਪਣਾ ਹਿੱਸਾ ਪਾਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਤੈਨੂੰ ਜਿਹੜੀ 1 ਜਨਵਰੀ ਨੂੰ ਜਿਹੜੀ ਟਰੈਕਟਰ ਰੈਲੀ ਕੱਢੀ ਜਾਣੀ ਹੈ ਕਿਸਾਨਾਂ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ, ਉਸ ਨੂੰ ਲੈ ਕੇ ਤੁਹਾਡੀ ਇੱਥੋਂ ਜਥੇਬੰਦੀ ਵੱਲੋਂ ਕੀ ਤਿਆਰੀ ਹੈ? ਸਾਡੇ ਤਾਂ ਜੀ ਇੱਥੇ ਬਹੁਤ ਜ਼ੋਰ ਸ਼ੋਰ ਨਾਲ, ਪਤਾ ਨਹੀਂ 2000 ਟਰਾਲੀ ਹੋਈ ਹੈ, ਕਿੰਨੀਆਂ ਕਾਰਾਂ ਤਿਆਰੀਆਂ ਹੋ ਰਹੀਆਂ ਨੇ। ਤੁਸੀਂ ਦੇਖਿਓ 21 ਤਰੀਕ ਨੂੰ ਜਾ ਰਿਹਾ, ਬੜੀ ਲੌਹ ਲਸ਼ਕਰ ਸਾਡਾ ਬੜਾ ਤਗੜਾ। ਗੁਰਦੀਪ ਸਿੰਘ ਭੱਟੀ ਰਹਿਨਮਾਈ ਹੁਣ ਹੇਠ ਰਜਿੰਦਰ ਸਿੰਘ ਰਾਜੇਵਾਲ ਜਿਹੜੇ ਪ੍ਰਧਾਨ ਨੇ, ਉਹਨਾਂ ਦਾ ਬਹੁਤ ਵੱਡਾ ਜਥਾ ਜਾ ਰਿਹਾ। ਤੁਸੀਂ ਦੇਖੋਗੇ 21 ਤਰੀਕ ਨੂੰ ਇੱਥੋਂ ਲੈ ਕੇ ਤਕਰੀਬਨ ਅੰਬਾਲੇ ਤੱਕ ਟਰੈਕਟਰ ਹੋਣੇ ਆ। ਤੁਸੀਂ ਇੰਨਾ ਜੋਸ਼ ਹੈ ਜ਼ਿਮੀਂਦਾਰਾਂ ਨੂੰ, ਜਾਂ ਕਿ 26 ਜਨਵਰੀ ਉੱਥੇ ਮਨਾਉਣੀ ਹੈ ਤਾਂ ਹਿੰਦੁਸਤਾਨ ਦੇਖੂਗਾ ਵੀ ਹਾਂ ਇਹ ਜੱਟਾਂ ਦੀ ਜਿਹੜੀ 26 ਜਨਵਰੀ ਹੈ ਇੱਕ ਲਹਿਦਾ ਚੀਜ਼ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇੱਕ ਲਹਿਰਾ ਚੀਜ਼ ਹੋਊਗੀ। ਇਹ ਕਹਿਣਾ ਸੀ ਕਿਸਾਨ ਆਗੂ ਦਾ ਕਿ ਜਿਹੜੀ 26 ਜਨਵਰੀ ਨੂੰ ਜਿਹੜੀ ਇੱਕ ਟਰੈਕਟਰ ਰੈਲੀ ਕੱਢੀ ਜਾਣੀ ਹੈ, ਉਸ ਨੂੰ ਲੈ ਕੇ ਹਿੰਦੁਸਤਾਨ ਦੇਖੂਗਾ। ਸਾਡੇ ਨਾਲ ਇੱਥੇ ਯੂਥ ਆਗੂ ਮੌਜੂਦ ਹੈਗੇ ਆ, ਅਸੀਂ ਉਹਨਾਂ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਯੂਥ ਆਗੂ ਇੱਥੇ ਗੁਰਦੀਪ ਸਿੰਘ ਜੀ ਭੱਟੀ ਹੈਗੇ ਆ, ਜੋ ਆਪਣਾ ਖੂਨਦਾਨ ਦੇ ਰਹੇ ਇੱਥੇ। ਉਹਨਾਂ ਕੋਲ ਜਾਣਾਂਗੇ ਜਿਹੜਾ ਖੂਨਦਾਨ ਤੁਸੀਂ ਦਿੱਤਾ ਹੈ ਅੱਜ, ਪਹਿਲਾਂ ਵੀ ਕਦੀ ਦਿੱਤਾ ਹੈ, ਜਿਹੜਾ ਇੱਕ ਸ਼ਹੀਦ ਹੋਇਆ ਕਿਸਾਨ ਆਪਣੇ, ਉਹਨਾਂ ਦੀ ਯਾਦ ਵਿੱਚ ਅੱਜ ਇਹ ਖੂਨਦਾਨ ਇਹਨਾਂ ਨੇ ਕੈਂਪ ਲਗਵਾਇਆ ਇੱਥੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਖੂਨਦਾਨ ਦਾ ਕੈਂਪ ਲਗਾਇਆ ਹੈਗਾ, ਖੂਨ ਇੱਕ ਜੀ, ਸਾਡੇ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ, ਜੋ ਸਾਡੇ ਨੌਜਵਾਨ ਕਿਸਾਨੀ ਸੰਘਰਸ਼ ਸ਼ਹੀਦ ਹੋਏ ਨੇ, ਉਹਨਾਂ ਨੂੰ ਮੁੱਖ ਰੱਖਦੇ ਆ, ਉਹਨਾਂ ਨੂੰ ਸਮਰਪਿਤ ਇਹ ਅੱਜ ਅਸੀਂ ਖੂਨਦਾਨ ਕੈਂਪ ਲਾਇਆ। ਜੋ ਪਹਿਲਾਂ ਵੀ ਮੈਂ ਹਰੇਕ 3 ਮਹੀਨੇ ਬਾਅਦ ਖੂਨ ਦਿੰਦਾ, ਹਰੇਕ 3 ਮਹੀਨੇ ਬਾਅਦ ਖੂਨ ਦੇਣ ਦਾ ਮਕਸਦ ਇਹ ਆ ਵੀ ਜੋ ਕਿਸੇ ਵੀ ਗਰੀਬ ਪਰਿਵਾਰ ਨੂੰ ਕਿਸੇ ਨੂੰ ਖੂਨ ਦੀ ਲੋੜ ਹੋਵੇ, ਉਹ ਕਦੇ ਵੀ ਕਹਿ ਸਕਦਾ ਆਪਾਂ ਖੂਨ ਦੇਣ ਤੋਂ ਪਿੱਛੇ ਨਹੀਂ ਹਟਦੇ। ਖੂਨ ਇੱਕ ਮਹਾਦਾਨ ਆ, ਖੂਨ ਦੇ ਨਾਲ ਕਿਸੇ ਦੀ ਜਾਨ ਬਚ ਜਾਵੇ, ਇਸ ਤੋਂ ਵੱਡਾ ਪੁੰਨ ਕੋਈ ਨਹੀਂ। ਪਰ ਅਸੀਂ ਆਪਣੇ ਕਿਸਾਨੀ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅੱਜ ਇਹ ਖੂਨਦਾਨ ਕੈਂਪ ਲਾਇਆ। ਮੈਂ ਬੇਨਤੀ ਕਰਦਾ ਵੀ ਖੂਨ ਦਾਨ ਕਰਿਆ ਕਰੋ, ਜੋ ਕਿਸੇ ਦੀ ਜਾਨ ਬਚ ਸਕੇ। ਜਿਹੜਾ ਅੱਜ ਖੂਨਦਾਨ ਇੱਥੇ ਤੁਸੀਂ ਕੈਂਪ ਲਗਾਇਆ ਗਿਆ, ਇਹ ਕੀ ਇਹਦਾ ਟਾਈਮਿੰਗ ਹੈ, ਕਿੰਨੇ ਵਜੇ ਤੱਕ ਇਹ ਚੱਲੂਗਾ? ਇਹ ਸਾਡੇ ਵੀ ਸੰਦੀਪ ਜੀ ਦੀ ਜੋ ਇਹ ਪਹਿਲਾਂ ਵੀ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਆ, ਬਹੁਤ ਸਮਾਂ ਹੋ ਗਿਆ ਇਹਨਾਂ ਨੂੰ ਅਸੀਂ ਦੇਖਦੇ ਆ। ਇਹ ਇਹੋ ਜਿਹੇ ਵਧੀਆ ਕੰਮ ਕਰਦੇ ਆ ਜੋ ਕਿਸੇ ਦੀ ਜਾਨ ਬਚ ਸਕੇ। ਸਾਡਾ ਖੂਨਦਾਨ ਕੈਂਪ 10 ਤੋਂ 3 ਵਜੇ ਤੱਕ ਆ ਜੀ। ਇੱਕ ਗੱਲ ਹੋਰ ਹੈ ਸਰ, ਕਿਸਾਨੀ ਸੰਘਰਸ਼ ਨੂੰ ਚੱਲਦੇ ਕਰਨ 4 ਮਹੀਨੇ ਦਾ ਸਮਾਂ ਉੱਪਰ ਹੋ ਚੱਲਿਆ। ਦਿੱਲੀ ਦੇ ਵਿੱਚ ਵੀ ਕਿਸਾਨ ਲਗਾਤਾਰ 1.5 ਮਹੀਨੇ ਦੇ ਉੱਪਰ ਬੈਠੇ ਹੋਏ ਇਸ ਅੰਦੋਲਨ ਨੂੰ ਲੈ ਕੇ, ਪਰ ਕੇਂਦਰ ਸਰਕਾਰ ਵੱਲੋਂ ਹੈ ਵੀ ਕੋਈ ਰਣਨੀਤੀ ਨਹੀਂ ਬਣਾਈ ਗਈ। 9 ਗੇਟ ਦੀ ਮੀਟਿੰਗ ਹੋਈ ਆ, ਉਹ ਮੀਟਿੰਗ ਦੇ ਵਿੱਚ ਬੇਸਿੱਟਾ ਰਹੀ ਹੈ। 10ਵੇਂ ਗੇਟ ਦੀ ਮੀਟਿੰਗ ਜਿਹੜੀ ਸ਼ੁਰੂ ਹੋਣ ਜਾ ਰਹੀ 19 ਤਰੀਕ ਨੂੰ ਹੋਣ ਜਾ ਰਹੀ ਹੈ। ਕੀ ਲੱਗਦਾ ਕਿ ਕੇਂਦਰ ਸਰਕਾਰ ਕਿਸੇ ਪਾਸੇ ਝੁਕੂਗੀ? ਇਹ ਲੜਾਈ ਬਹੁਤ ਲੰਬੀ ਹੈ ਜੀ। ਇਹ ਲੜਾਈ ਲੜਨ ਲਈ ਸਾਨੂੰ ਕੀ ਪਤਾ ਸਾਲ ਲੱਗ ਜਾਵੇ। ਇਹ ਇੰਨੀ ਸੌਖੀ ਲੜਾਈ ਨਹੀਂ। ਇਹ ਸੈਂਟਰ ਨਾਲ ਲੜਾਈ, ਸਾਡੀ ਹਿਟਲਰ ਨਾਲ ਲੜਾਈ ਆ, ਸਾਡੀ ਮੋਦੀ ਸਰਕਾਰ ਨਾਲ। ਇਹ ਸੰਘਰਸ਼ ਬਹੁਤ ਉੱਚਾ ਚਲਿਆ ਗਿਆ। ਲੜਾਈ ਸਾਨੂੰ ਸਾਲਾਂ ਲਈ ਲੜਨੀ ਪੈਣੀ ਆ। ਇਹ ਬਹੁਤ ਲੰਬਾ ਸੰਘਰਸ਼ ਆ, ਇਹ ਇੰਨੀ ਛੇਤੀ ਜਿੱਤਿਆ ਨਹੀਂ ਜਾਣਾ। ਇਹ ਮੋਦੀ ਜੋ ਟਸ ਤੋਂ ਮਸ ਨਹੀਂ ਹੋ ਰਿਹਾ, ਅਸੀਂ ਵੀ ਅੜੇ ਹੋਏ ਆ। ਅਸੀਂ ਆਪਣੀਆਂ ਮੰਗਾਂ ਮਨਾਵਾਂਗੇ, ਆਪਣੇ ਹੱਕ ਵਾਪਸ ਲੈ ਕੇ ਛੱਡਾਂਗੇ। 26 ਤਰੀਕ ਨੂੰ ਜਿਹੜੀ ਇੱਕ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ, ਉੱਥੇ ਕਹਿੰਦਾ ਆਪਣਾ ਦਿੱਲੀ ਦੇ ਵਿੱਚ 26 ਜਨਵਰੀ ਨੂੰ ਪੂਰੇ ਕਿਸਾਨਾਂ ਵੱਲੋਂ, ਤੁਹਾਡੇ ਵੱਲੋਂ ਤੇ ਕਿਹੜੀ ਰਣਨੀਤੀ ਬਣਾਈ ਜਾ ਰਹੀ ਹੈ? 26 ਤਰੀਕ ਨੂੰ ਤੁਹਾਡੇ ਨਾਲ ਇੱਥੇ ਕਿਸਾਨੀ ਝੰਡਾ ਲੈ ਕੇ ਤੁਸੀਂ ਟਰੈਕਟਰ ਤੇ ਜਾਓਗੇ, ਕੀ ਟਰੈਕਟਰ ਨੂੰ ਕੋਈ ਮੋਡੀਫਾਈ ਵਗੈਰਾ ਕਰਾ ਰਹੇ ਹੋ ਤੁਸੀਂ ਉਸ ਨੂੰ ਲੈ ਕੇ ਜਾਣ ਲਈ? ਉੱਥੇ ਸਾਡੇ ਪਿੰਡਾਂ ਦੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਆ। ਹਰੇਕ ਪਿੰਡ ਦੇ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਜੋ 26 ਤਰੀਕ ਨੂੰ ਮੁੱਖ ਜੋ ਦਿੱਲੀ ਦੇ ਵਿੱਚ ਜਾ ਕੇ ਅਸੀਂ ਆਪਣਾ ਟਰੈਕਟਰ ਮਾਰਚ ਕਰਨਾ, ਸਾਡੇ ਕਿਸਾਨਾਂ ਦੇ ਵਿੱਚ ਭਾਰੀ ਉਤਸ਼ਾਹ। ਇਸ ਜੋ ਮਾਰਚ ਕਰਨਾ, ਹਰੇਕ ਪਿੰਡ ਦੇ ਵਿੱਚੋਂ, ਹਰੇਕ ਪਰਿਵਾਰ ਦੇ ਵਿੱਚੋਂ ਜੋ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਨੇ, ਹਰੇਕ ਪਰਿਵਾਰ ਨੇ ਟਰੈਕਟਰ ਲੈ ਕੇ ਜਾਣਾ। ਜੇ ਕੋਈ ਟਰੈਕਟਰ ਨਹੀਂ ਲੈ ਕੇ ਜਾਂਦਾ ਤਾਂ ਕਈ ਪਿੰਡਾਂ ਦੇ ਵਿੱਚ ਉਹਨਾਂ ਨੂੰ ਜੁਰਮਾਨੇ ਤੱਕ ਲਾਏ ਗਏ ਨੇ। ਤੇ ਪਿੰਡਾਂ ਦੇ ਵਿੱਚ ਬਹੁਤ ਉਤਸ਼ਾਹ। ਅਸੀਂ ਸਾਡਾ ਜਾਮ ਖੰਨੇ ਤੋਂ ਲੈ ਕੇ ਅੰਬਾਲੇ ਤੱਕ 1000-2000 ਟਰੈਕਟਰ ਅਸੀਂ ਖੰਨੇੋਂ ਲੈ ਕੇ ਜਾਵਾਂਗੇ। ਕੇਂਦਰ ਸਰਕਾਰ ਵੱਲੋਂ ਬਾਰ-ਬਾਰ ਇਹੀ ਕਹੀ ਜਾ ਰਿਹਾ ਜਿਹੜੇ ਕਾਨੂੰਨ ਹੈ ਇਹ ਤੁਹਾਡੇ ਫਾਇਦੇ ਲਈ ਹੈਗਾ ਆ, ਤੁਸੀਂ ਸੋਧਾ ਕਰਾ ਲਓ,
ਪਰ ਕਾਨੂੰਨ ਰਾਹੀਂ ਵਾਪਸ ਨਹੀਂ ਹੋਣੇ। ਸ਼ੋਧਾਂ 'ਚ ਜਿੰਨੀਆਂ ਕਹੋਗੇ ਉਹ ਅਸੀਂ ਉਹ ਕਰ ਦੇਵਾਂਗੇ, ਪਰ ਬਾਰ-ਬਾਰ ਸ਼ੋਧਾਂ ਦੀ ਗੱਲ ਇਹੀ ਹੋ ਰਹੀ ਆ। ਕੀ ਲੱਗਦਾ ਕਿ ਜਿਹੜੀ ਜਿਹੜੀ ਮੋਦੀ ਆਪਣੇ ਸਰਕਾਰ ਆ, ਉਹ ਕੋਆਪਰੇਟ ਘਰਾਣੇ ਦੇ ਦਬਾਅ 'ਚ ਇਹ ਕੰਮ ਕਰ ਰਹੀ ਹੈ? ਅਸੀਂ ਕੋਈ ਸੋਧ ਨਹੀਂ ਕਰਾਉਣੀ, ਅਸੀਂ ਕਿਸਾਨੀ ਬਿੱਲ ਵਾਪਸ ਕਰਾਉਣੇ ਆ, ਅਸੀਂ ਇਹ ਬਿੱਲ ਪੜਵਾਉਣੇ ਆ, ਅਸੀਂ ਇਹਦੇ ਵਿੱਚ ਕੋਈ ਸੋਧ ਨਹੀਂ ਕਰਾਉਣੀ। ਇਹ ਪਤਾ, ਇਹ ਸਾਡੇ ਢਿੱਡ ਤੇ ਲਾਤਾ ਇਹ ਜੇ ਮੰਨ ਨਹੀਂ ਰਹੇ ਨਾ, ਅਸੀਂ ਵੀ ਨਹੀਂ ਮੰਨਦੇ ਹੈਗੇ। ਅੜਿਆ ਜੱਟ ਵੀ ਮਾੜਾ, ਮੈਂ ਪਹਿਲਾਂ ਵੀ ਤੁਹਾਡੇ ਮੀਡੀਆ ਰਾਹੀਂ ਕਿਹਾ, ਅਸੀਂ ਕੋਈ ਸੋਧ ਨਹੀਂ ਕਰਾਉਣੀ ਹੈਗੀ। ਜੇ ਬਿੱਲ ਸਾਡੇ ਹੱਕ ਦੇ ਹੁੰਦੇ ਤਾਂ ਸਾਡੇ 70 ਜਵਾਨ ਸ਼ਹੀਦ ਨਾ ਹੁੰਦੇ, ਨੌਜਵਾਨ ਕਿਸਾਨ ਸ਼ਹੀਦ ਨਾ ਹੁੰਦੇ। ਇਹ ਸਾਡੇ ਹੱਕਾਂ ਵਾਲੇ ਬਿੱਲ ਨਹੀਂ ਹੈਗੇ, ਇਹ ਕਿਸਾਨ ਮਾਰੂ ਬਿੱਲ ਨੇ। ਇਹ ਕਿਸਾਨ ਦੇ ਉੱਤੇ ਬਹੁਤ ਵੱਡਾ ਬੋਝ ਆ ਜੋ ਸਰਕਾਰ ਨੇ ਪਾਇਆ। ਅਸੀਂ ਇਹ ਬਿੱਲ ਪੜਾ ਕੇ ਛੱਡਣੇ ਆ, ਅਸੀਂ ਕੋਈ ਇਹ ਸੋਧ ਨਹੀਂ ਕਰਾਉਣੀ। ਬਿਲਕੁਲ, ਇਹਨਾਂ ਦਾ ਕਹਿਣਾ ਇਹ ਸੀ ਕਿ ਜੇ ਬਿੱਲ ਹੈਗੇ ਆ, ਅਸੀਂ ਪੜਾ ਕੇ ਛੱਡਣੇ ਆ, ਕਿ ਇਹ 'ਚ ਕੋਈ ਸ਼ੋਧ ਨਹੀਂ ਕਰਾਣੀ। ਸਾਡੇ ਨਾਲ ਇੱਥੇ ਹੋਰ ਵੀ ਕਿਸਾਨ ਆਗੂ ਹੈਗੇ ਆ, ਅਸੀਂ ਉਹਨਾਂ ਵੀ ਗੱਲਬਾਤ ਕਰਾਂਗੇ। ਉਹਨਾਂ ਕੋਲ ਜਾਣਨਾ ਵੀ ਇਹਨਾਂ ਨੇ ਵੀ ਅੱਜ ਆਪਣਾ ਖੂਨਦਾਨ ਦਿੱਤਾ ਹੈਗਾ ਆ। ਅਸੀਂ ਉਹਨਾਂ ਕੋਲ ਜਾਣਨਾ ਕਿ ਜਿਹੜਾ ਖੂਨਦਾਨ ਕੈਂਪ ਲਗਾਇਆ ਹੋਇਆ ਨੇ, ਖੂਨ ਵੀ ਦੇਣ ਆਇਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਮੇਰਾ ਨਾਮ ਦਲਜੀਤ ਸਿੰਘ ਸਵੈ ਚਨੌਲੜੀ ਜੀ। ਸਰ ਸਾਹਿਬ, ਖੂਨਦਾਨ ਦਿੱਤਾ ਤੁਸੀਂ ਅੱਜ, ਜੀ ਕੀ ਕਹਿਣਾ ਚਾਹੋਗੇ? ਦੇਖੋ, ਜੋ ਹੈਗਾ ਮੇਨ ਮਕਸਦ ਤਾਂ ਖੂਨਦਾਨ ਡੋਨੇਟ ਕੀਤਾ, ਸਵੈ ਇੱਛੇ ਨਾਲ ਕੀਤਾ, ਔਰ ਉਹਨਾਂ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲੱਗਿਆ ਅੱਜ, ਜੋ ਨੌਜਵਾਨਾਂ ਨੇ ਬੜੀ ਭਾਵਨਾ ਤੇ ਉਤਸ਼ਾਹ ਦੇ ਨਾਲ ਇਹਦਾ ਪ੍ਰਬੰਧ ਕੀਤਾ। ਡਾਕਟਰ ਸਾਹਿਬ ਆਏ ਆ। ਇਹ ਮੇਨ ਤਾਂ ਇਹਦਾ ਮਕਸਦ ਇਹ ਆ ਵੀ ਆਪਾਂ ਜੋ ਸ਼ਹੀਦ ਹੋਇਆ ਕਿਸਾਨੀ ਸੰਘਰਸ਼ ਦੇ ਵਿੱਚ, ਜਿਹੜੇ ਸ਼ਹੀਦ ਹੋਇਆ 72 73 74, ਉਹਨਾਂ ਦੀ ਯਾਦ ਨੂੰ ਸਮਰਪਿਤ, ਜਿਨ੍ਹਾਂ ਨੇ ਸ਼ਹੀਦੀ ਕਿਸਾਨ ਖਾਤਰ, ਮਜ਼ਦੂਰਾਂ ਖਾਤਰ ਔਰ ਭਾਰਤ ਆਪਣੇ ਦੇਸ਼ ਦੀ ਖਾਤਰ ਜਿਨ੍ਹਾਂ ਨੇ ਸ਼ਹੀਦੀ ਆ, ਤੇ ਉਹਨਾਂ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਆ। ਮੈਂ ਵੀ ਆਪਣੇ ਇੱਛਾ ਅਨੁਸਾਰ ਇੱਥੇ ਕੁਛ ਥੋੜੀ ਜਿਹੀ ਆਪਣੀ ਬਲੱਡ ਰਾਹੀਂ ਇਹ ਤੁਸ਼ਕ ਇੱਛਾ ਭੇਟ ਕੀਤੀ ਆ। ਸਰ ਸਾਹਿਬ, ਇੱਕ ਗੱਲ ਹੋਰ ਆ, ਐਨਏ ਵੱਲੋਂ ਜਿਹੜੇ ਹੈਗੇ ਆ ਨੋਟਿਸ ਕੱਢੇ ਜਾ ਰਹੇ ਆ ਕੇਂਦਰ ਸਰਕਾਰ ਵੱਲੋਂ, ਕਿ ਜਿਹੜੇ ਲੋਕਾਂ ਨੇ ਉਹ ਸਮਰਥਨ ਕੀਤਾ ਕਿਸਾਨਾਂ ਨੂੰ ਦੇ ਵਿੱਚ ਲੈ ਕੇ, ਉਹਨੂੰ ਨੋਟਿਸ ਕੱਢੇ ਜਾ ਰਹੇ। ਇਹ ਕਾਰਨ ਕੀ? ਇਹ ਤਾਂ ਇੱਕ ਤਾਂ ਮੈਂ ਮੇਨ ਤੌਰ ਤੇ ਜੇ ਮੈਂ ਦੋ ਸ਼ਬਦਾਂ 'ਚ ਗੱਲ ਨਿਬੇੜਾਂ, ਇਹ ਡੈਮੋਕ੍ਰੇਸੀ ਤੇ ਲੋਕਤੰਤਰ ਤੇ ਕਲੰਕ ਆ। ਇੱਕ ਵੱਡਾ ਐਨਆਈਏ ਜੋ ਨੈਸ਼ਨਲ ਏਜੰਸੀ ਨਾ, ਏਜੰਸੀਆਂ ਜੋ ਗਵਰਨਮੈਂਟ ਸਰਕਾਰ ਦੀਆਂ, ਕੇਂਦਰ ਸਰਕਾਰ ਦੀਆਂ, ਉਹਨਾਂ ਨੇ ਨਾ ਜਿਹੜੇ ਲੋਕ ਖੁੱਲ੍ਹ ਕੇ ਜਿਹੜੋ ਨਾ ਸਮਰਪਿਤ ਹੋਇਆ ਕਿਸਾਨ ਅੰਦੋਲਨ ਨੂੰ, ਉਹਦੀ ਹਮਾਇਤ ਕਰਦੇ ਆ ਤਨੋਂ ਮਨੋਂ ਧਲੋਂ, ਔਰ ਆਪਣਾ ਆਪ ਵਾਰ ਕੇ। ਤੇ ਐਸੇ ਲੋਕ ਵੀ ਆ, ਤੁਸੀਂ ਯਕੀਨ ਮੰਨੋ, ਪਿੰਡਾਂ ਦੇ ਵਿੱਚ ਜਿਨ੍ਹਾਂ ਨਾਲ ਤਾਂ ਡੰਗਰ ਪਸ਼ੂ ਨਾ ਕੀਮਤੀ ਵੇਚ ਕੇ ਉਹ ਵੀ ਇੱਥੇ ਸਪੋਰਟ ਕਰਦੇ ਆ, ਜਿਨ੍ਹਾਂ ਨੂੰ ਇਹ ਫੰਡਿੰਗ ਕਹਿ ਰਹੇ ਆ। ਸੋ ਉਹਨਾਂ ਨੂੰ ਹੈਰਾਨ ਕਰਨ ਦੇ ਲਈ, ਹਰਾਸ਼ ਕਰਨ ਦੇ ਲਈ, ਉਹਨਾਂ ਨੂੰ ਇੱਕ ਤਰ੍ਹਾਂ ਲੋਕਤੰਤਰ ਦੀ ਆਵਾਜ਼ ਦਿਵਾਉਣ ਦੇ ਲਈ ਉਹ ਜੋ ਐਨਆਈਏ ਨੇ ਕੀਤਾ, ਮੈਂ ਉਦੋਂ ਬਿਨਾਂ ਕੁਛ ਨਹੀਂ। ਇਹ ਕਲੰਕ ਆ ਲੋਕਤੰਤਰ ਤੇ ਨਾ, ਸਾਡੀ ਤੇ ਭਾਰਤ ਤੇ ਕਲੰਕ ਆ ਇੱਕ ਜਿਹੜਾ ਹੈਗਾ। ਇਹ ਨਹੀਂ ਹੋਣਾ ਚਾਹੀਦਾ। ਅਸੀਂ ਪੁਰ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਔਰ ਦੇਖਿਓ, ਜਦੋਂ ਇੱਥੇ ਨਾ ਲੋਕਾਂ ਦਾ ਰਾਜ ਆਊਗਾ ਤੇ ਉਹਨਾਂ ਤੋਂ ਪੁੱਛਿਆ ਜਾਊਗਾ, ਜਿਹੜੇ ਗਲਤ ਧੱਕੇ ਨਾਲ ਨਾ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ, ਤੇ ਉਹਨਾਂ ਨੂੰ ਇਹ ਪੁੱਛਿਆ ਜਾਊਗਾ। ਪਾਰਲੀਮੈਂਟ ਦਾ ਬਿੱਟੂ ਨੇ ਨਾ, ਐਮਪੀ ਬਿੱਟੂ ਜੀ ਨੇ ਇੱਕ ਬਿਆਨ ਕੀਤਾ ਹੈ ਮੀਡੀਆ ਜਿਹੜੀ ਅੱਗੇ, ਉਹਨਾਂ ਦੀ ਇੱਕ ਇੰਟਰਵਿਊ ਦੇ ਜਰੀਏ ਉਹਨਾਂ ਨੇ ਕਿਹਾ ਕਿ ਜਿਹੜੇ 3 ਕਾਲੇ ਕਾਨੂੰਨ ਬਣਾਏ ਗਏ ਆ, ਕੇਂਦਰ ਸਰਕਾਰ ਵਾਪਸ ਲੈ ਲਵੇ। ਜਿਹੜੇ ਮੇਰੇ ਦਾਦਾ ਜੀ ਦੇ ਹਥਿਆਰੇ ਆ, ਰੰਜੋਨਾ ਜੀ, ਬੇਸ਼ੱਕ ਉਹਨਾਂ ਨੂੰ ਤੁਸੀਂ ਰਿਹਾ ਕਰ ਦਿਓ। ਮੇਰੀ ਇਹੀ ਵੱਲ, ਹੋਰ ਵੀ ਜਿਹੜੇ ਨਾਲ ਹੈਗੇ ਆ, ਤੁਸੀਂ ਹੋਰ ਵੀ ਜਿਹੜੇ ਕੋਈ ਹੋਰ ਨਾਲ ਹੈਗੇ ਆ, ਉਹਨਾਂ ਵੀ ਰਿਹਾ ਕਰ ਦਿਓ। ਕੀ ਲੱਗਦਾ ਕਿ ਜਿਹੜਾ ਇਹ ਬਿਆਨ ਦੇਣ ਨਾਲ ਕਿ ਕਿਸੇ ਪਾਸੇ ਸਰਕਾਰਾਂ ਨੂੰ ਝੁਕਣ ਦੀ ਗੱਲ ਕਰਾਈ ਜਾ ਰਹੀ ਹੈ? ਨਹੀਂ, ਦੇਖੋ, ਜਿਸ ਤਰ੍ਹਾਂ ਉਹਨਾਂ ਦਾ ਇਹ ਬਿਆਨ ਆ ਨਾ, ਕਿਉਂਕਿ ਅੱਜ ਤੱਕ ਬਿੱਟੂ ਜੀ ਅੜੇ ਹੋਏ ਸੀ ਵੀ ਰਾਜੋ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹਰ ਹਾਲਤ। ਉਹਨਾਂ ਨੂੰ ਉਹ ਮੰਨਦੇ ਸੀਗੇ ਵੀ ਇਹ ਖਾਲਿਸਤਾਨੀ ਆ ਜਾਂ ਐਂਟੀ ਐਲੀਮੈਂਟਸ ਆ, ਇੰਡੀਆ ਦੇ ਐਂਟੀ ਆ, ਕਿਉਂਕਿ ਉਹਨਾਂ ਦੇ ਦਾਦਾ ਜੀ ਨੂੰ ਉਹਨਾਂ ਦੇ ਵਿੱਚ ਮੁੱਖ ਸੀਗੇ, ਉਹ ਮੰਨਦੇ ਆ। ਕੋਈ ਲੁਕੀ ਛਿਪੀ ਗੱਲ ਨਹੀਂ ਹੈਗੀ। ਇਹ ਇੰਨੀ ਵੱਡੀ ਗੱਲ ਕਹਿ ਦਿੱਤੀ ਮੇਰੇ ਵੱਲੋਂ, ਮੇਰੀ ਇਹ ਪਰਸਨਲ ਰਾਏ ਆ। ਉਹਨਾਂ ਨੇ ਕਿਹਾ ਵੀ ਤੁਸੀਂ ਕਾਲੇ ਕਾਨੂੰਨ ਵਾਪਸ ਕਰ ਲਓ, ਲੈ ਲਓ। ਬੇਸ਼ੱਕ ਉਹਦੇ ਇਵਜ਼ ਦੇ ਵਿੱਚ ਮੈਂ ਰਾਜੋਆਣਾ ਸਾਹਿਬ ਨੂੰ ਕਹਿੰਦਾ ਵੀ ਫਾਂਸੀ ਨਾ ਹੋ, ਗ੍ਰੇਟਨੈਸ ਆ ਉਹਨਾਂ ਦੀ। ਬਟ ਜਿਹੜੀ ਇਹ ਗੱਲ ਆ ਨਾ, ਇਹਨੂੰ ਆਪਾਂ ਰਾਜਨੀਤੀ ਨਾਲ ਜਾਂ ਇਸ ਨਾਲ ਨਾ ਜੋੜੀਏ, ਕਿਉਂਕਿ ਕਾਲੇ ਕਾਨੂੰਨਾਂ ਬਾਰੇ ਤਾਂ ਦੇਖੋ 75 ਤਾਂ ਸ਼ਹੀਦੀਆਂ ਹੋ ਗਈਆਂ, ਕਿੰਨਾ ਸਾਡੇ ਦੇਸ਼ ਨੂੰ ਨੁਕਸਾਨ ਹੋ ਰਿਹਾ, ਕਿੱਧਰ ਤਾਨਾਸ਼ਾਹ ਵੱਲ ਸਾਡਾ ਦੇਸ਼ ਉਹਨਾਂ ਦਾ ਇਹੀ ਕਹਿਣਾ ਹੈ ਜਿਹੜੇ ਕਿਸਾਨ ਸ਼ਹੀਦ ਹੋ ਰਹੇ ਆ, ਉਹਨਾਂ ਦੀਆਂ ਸ਼ਹੀਦੀਆਂ ਨਾ ਹੋਣ, ਉਹ ਨਾ ਉਹਨਾਂ ਨੂੰ ਸ਼ਹਾਦਤ ਦੇ ਜਾਮ ਪੀਤੇ ਜਾ ਰਹੇ ਆ। ਬੇਸ਼ੱਕ ਉਹ ਬਾਹਰ ਆ ਜਾਣ, ਬਿਆਰ ਆ ਕੇ ਸਾਨੂੰ ਕਿਹੜਾ ਬਟੋ ਕਰ ਲੂਗੇ, ਸਾਨੂੰ ਮਾਰ ਦੂਗੇ, ਪਰ ਜਿਹੜੇ ਉੱਤੇ ਕਿਸਾਨ ਲਗਾਤਾਰ ਜਿਹੜੇ ਸ਼ਹੀਦ ਹੋ ਰਹੇ ਆ, ਉਹ ਤਾਂ ਬਚ ਜਾਊਗੇ। ਮੈਂ ਗ੍ਰੇਟਨੈਸ ਮੰਨਦਾ, ਸਾਡੇ ਮੈਂਬਰ ਪਾਰਲੀਮੈਂਟ ਆ, ਗ੍ਰੇਟਨੈਸ ਮੰਨਦਾ ਉਹਨਾਂ ਦੀ, ਕਿਉਂਕਿ ਸਾਨੂੰ ਵੀ ਹਾਈ ਕਮਾਂਡ ਵੱਲੋਂ ਇਹ ਹਦਾਇਤਾਂ ਸਖਤ ਵੀ ਭਾਵੇਂ ਕੋਈ ਅਕਾਲੀ ਹੋਵੇ, ਕਾਂਗਰਸੀ ਹੋਵੇ, ਆਮ ਆਦਮੀ ਜਾਂ ਕੋਈ ਵੀ ਪੋਲੀਟੀਕਲ ਵਿਅਕਤੀ ਹੋਵੇ ਜਾਂ ਲੀਡਰ ਹੋਵੇ ਜਾਂ ਸਾਡਾ ਨੁਮਾਇੰਦਾ ਹੋਵੇ, ਆਲ ਓਵਰ ਇੰਡੀਆ ਜਿਹੜਾ ਇਹਨਾਂ ਦੀ ਮਦਦ ਕਰਦਾ, ਹਮਾਇਤ ਕਰਦਾ ਇਸ ਦੀ, ਕਾਲੇ ਕਾਨੂੰਨਾਂ ਦੀ। ਔਰ 2020 ਬਿੱਲ ਜਾਂ ਜੋ ਆਪਣੀ MSP
ਹੇਠਾਂ ਬੈਠ ਕੇ ਕਰਦਾ ਉਹਨੂੰ ਵੈਲਕਮ ਆ, ਜੀ ਆਇਆਂ। ਪਰ ਇਹਦੇ ਵਿੱਚ ਕੋਈ ਦਿਲ ਦੇ ਵਿੱਚ ਸਿਆਸੀ ਰੋਟੀਆਂ ਸੇਕਣ ਦੀ ਗੱਲ ਨਹੀਂ ਹੋਣੀ ਚਾਹੀਦੀ, ਮਨੋਂ ਨਹੀਂ ਹੋਣੀ ਚਾਹੀਦੀ। 26 ਦਿਨ ਨੂੰ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ ਦਿੱਲੀ ਦੇ ਵਿੱਚ। ਤੁਹਾਡਾ ਇੱਥੇ ਕਿੱਦਾਂ ਪ੍ਰੋਗਰਾਮ ਤਿਆਰ ਕੀਤਾ ਗਿਆ? ਕਿਸਾਨੀ ਝੰਡਾ ਲਾ ਕੇ ਜਾਊਗਾ ਜਾਂ ਹੋਰ ਵੀ ਕੋਈ ਤੁਹਾਡੇ ਨਾਲ ਕੋਈ ਪਾਰਟੀ ਦੇ ਕੋਈ ਮੌਜੂਦ ਹੈਗੇ ਕੋਈ ਨਾਲ ਜਾਣ ਲਈ? ਨਹੀਂ ਦੇਖੋ, ਕੋਈ ਵੀ ਪਾਰਟੀ ਦਾ ਪੋਲੀਟੀਕਲ ਪਾਰਟੀ ਦਾ ਬੰਦਾ ਜਿਹੜਾ ਹੈ ਉਹ ਅਸੀਂ ਮੂਹਰਲੀ ਕਤਾਰ 'ਚ ਜਿਹੜੇ ਸਾਡੇ ਨੁਮਾਇੰਦੇ ਆ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੋਊ। ਹਾਂ, ਐਜ਼ ਏ ਵਰਕਰ ਬਣ ਕੇ ਉਹਨੂੰ ਤਿਰੰਗਾ ਝੰਡਾ ਵੀ ਉਹਨੂੰ ਕੋਲ ਚਾਹੀਦਾ ਔਰ ਯੂਨੀਅਨ ਦਾ ਝੰਡਾ ਵੀ ਚਾਹੀਦਾ, ਵੈਚ ਵੀ ਲੱਗਣੇ ਚਾਹੀਦੇ ਆ। ਉਹ ਸਾਡੇ ਨਾਲ ਜਾਣ, ਸ਼ਾਂਤਮਈ ਢੰਗ ਹੋਊ। ਜਿਹੜਾ ਅੰਦੋਲਨ ਆ ਨਾ, ਇਹ ਲਹਿਰ ਆ, ਲਹਿਰ ਦੇ ਵਿੱਚ ਨਾ ਅਸੀਂ ਦੇਖੋ ਸਾਡਾ ਡੈਮੋਕ੍ਰੈਟਿਕ ਰਾਈਟ ਆ ਯਾਰ, ਅਸੀਂ ਇਹ ਇੰਡੀਆ ਦੇ ਵਾਸੀ ਆ, ਦਿੱਲੀ ਸਾਡੀ ਵੀ ਆ। ਦਿੱਲੀ ਕਿਹੜਾ ਉਹਨਾਂ ਚੌਧਰੀਆਂ ਦੀ ਜਿਹੜੇ 70 ਸਾਲ ਤੋਂ ਲਈ ਬੈਠੇ ਆ, ਸਾਰਿਆਂ ਦੀ ਦਿੱਲੀ ਆ। ਅਸੀਂ ਜੋ ਪਰੇਡ ਆ ਉਹਦੇ ਵਿੱਚ ਆਪਣੇ ਢੰਗ ਨਾਲ ਟਰੈਕਟਰ ਲੈ ਕੇ ਪਰੇਡ ਦੇ ਵਿੱਚ ਪੁਰਅਮਨ ਢੰਗ ਦੇ ਨਾਲ, ਸ਼ਾਂਤੀ ਨਾਲ ਅਸੀਂ ਮਰ ਸ਼ਾਮ ਲੈਣਾ। ਤਿਰੰਗੇ ਝੰਡੇ ਦੀ ਸ਼ਾਨ ਨੂੰ ਅਸੀਂ ਵਧਾਉਣਾ, ਪਰ ਨਾਲ ਦੇ ਨਾਲ ਅਸੀਂ ਉਹ ਨਾ ਪੰਜਾਬ ਦੇ ਉਹ ਵਾਸੀ ਆ, ਉਸ ਗੁਰੂ ਗੋਬਿੰਦ ਸਿੰਘ ਜੀ ਦੇ ਬੇਟੇ ਆ, ਉਹਨਾਂ ਦੀ ਔਲਾਦ ਆ, ਉਹਨਾਂ ਦੇ ਬੀਜੇ ਹੋਏ ਜੋ ਬੀਜ ਆ ਉਹਨਾਂ ਤੇ ਖੜੇ ਆ। ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਉਹਨਾਂ ਦੀ ਜੋ ਸੱਚੀ ਸੁੱਚੀ ਕਿਰਤਾ ਉਹਨੂੰ ਅੱਗੇ ਵਧਾਈਏ ਕਿਸਾਨਾਂ ਨੂੰ। ਤੇ ਅਸੀਂ ਟਰੈਕਟਰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਦੇ ਹੇਠ ਤਿਰੰਗੇ ਝੰਡੇ ਦਾ ਮਾਣ ਵਧਾਉਣਾ ਹੈ। ਉਹਨਾਂ ਨੂੰ ਸਮਝ ਲੈਣਾ ਚਾਹੀਦਾ। ਜਿੱਥੇ ਤੱਕ ਤੁਸੀਂ ਤਿਆਰੀ ਦੀ ਗੱਲ ਕੀਤੀ ਆ, ਮੈਂ ਪਿੰਡ ਨੌਲੜੀ ਦੀ ਅੱਜ ਦੀ ਗੱਲ ਦੱਸਾਂ। ਅੱਜ ਸਾਡੇ ਪਿੰਡ ਦੇ ਨਗਰ ਦੀ 9 ਵਜੇ ਮੀਟਿੰਗ ਸੀਗੀ ਇਸ ਦੀ ਤਿਆਰੀ ਬਾਰੇ, ਔਰ ਤੁਸੀਂ ਯਕੀਨ ਮੰਨੋ ਜਦੋਂ ਅਸੀਂ ਗਿਆ, ਮੈਂ ਵੀ ਗਿਆ ਉੱਥੇ, ਸਾਡੇ ਪਿੰਡ ਦੇ ਨਗਰ ਦੇ ਵਿੱਚ ਇੱਕ ਗੁਰਦੁਆਰਾ ਤਕਰੀਬਨ 200 ਨੌਜਵਾਨ ਤੇ ਮੁੰਡੇ ਇਕੱਠੇ ਹੋਏ। ਉਹ ਇਕੱਠੇ ਹੋ ਕੇ ਉਹਨਾਂ ਨੇ ਇਹੀ ਕਿਹਾ ਸਾਨੂੰ, ਸਾਡੇ ਪਿੰਡ ਦੇ ਵਿੱਚੋਂ 28 ਤੋਂ 30 ਟਰੈਕਟਰ ਜਾਣਗੇ, 5 ਕੁ ਟਰਾਲੀਆਂ ਹੋਣਗੀਆਂ, ਤਕਰੀਬਨ 150 ਬੰਦਾ ਹੋਊਗਾ, ਨੌਜਵਾਨ ਵੀ ਹੋਣਗੇ। ਸ਼ਾਂਤੀ ਢੰਗ ਨਾਲ ਅਸੀਂ, ਤੇ ਮੈਂ ਸਪੈਸ਼ਲ ਕਿਹਾ ਤਿਰੰਗਾ ਝੰਡਾ ਵੀ ਸਾਡਾ ਜਿਹਦਾ ਸਿਰ ਉੱਚਾ ਕਰਨਾ, ਭਾਰਤੀ ਕਿਸਾਨ ਯੂਨੀਅਨ ਮਜ਼ਦੂਰ ਏਕਤਾ ਦਾ ਝੰਡਾ ਵੀ ਸਾਡੇ ਨਾਲ, ਇੰਨਾ ਉਤਸ਼ਾਹ। ਔਰ ਉਹਨਾਂ ਨੇ ਦੇਖੋ ਛੋਟੇ ਛੋਟੇ ਪਰਿਵਾਰ ਆ ਉੱਥੇ, ਸਾਨੂੰ ਅੱਜ ਦੀ ਗੱਲ ਆ, ਤੇ ਕਿਸੇ ਨੇ ਜੋ ਸਮਰਥ ਪਰਿਵਾਰ ਆ 10,000 ਵੀ ਰੁਪਈਆ ਦਿੱਤਾ ਔਰ 10 ਰੁਪਈਏ ਵੀ ਦਿੱਤੇ ਆ। ਯਕੀਨ ਮੰਨੋ, ਮਨ ਖੁਸ਼ ਹੋ ਗਿਆ। 10 ਰੁਪਏ ਲੈ ਕੇ ਸਾਨੂੰ ਯੋਗਦਾਨ ਦੇਖੋ, ਲੋਕਾਂ ਦਾ, ਬੱਚਿਆਂ ਦਾ ਯੋਗਦਾਨ ਕਿਤੇ ਸਾਤੋਂ ਅੰਕਲ ਦੱਸ ਰਹੇ ਉਹ ਰਸੀਦ ਦਿੰਨੇ ਆ, ਪਰਚੀ ਕੱਟਦਾ, ਕਿਉਂਕਿ ਅਸੀਂ ਡੀਜ਼ਲ ਪਾਉਣਾ। ਜਿਹੜੇ ਲੋਕ ਕਹਿੰਦੇ ਆ ਨਾ ਫੰਡਿੰਗ ਦੀ, NI ਦਾ ਮੁੱਖ ਮਕਸਦ ਕੀ ਆ? ਫੰਡਿੰਗ ਆਉਂਦੀ ਹੈ, ਇਹ ਆਉਂਦਾ। ਦੇਖੋ 10 ਰੁਪਏ ਨੂੰ ਕਿਹੜੀ ਫੰਡਿੰਗ? ਸਾਨੂੰ 10 ਜੇ 500 ਬੰਦੇ ਨੇ ਦੇਖ ਲਿਆ, ਤੁਸੀਂ ਦੇਖੋ 5000 ਉਹਦਾ ਹੋ ਜਾਣਾ, ਕਿਉਂਕਿ ਡੀਜ਼ਲ ਪਾਉਣਾ, ਡੀਜ਼ਲ ਵੀ ਪਾਉਣਾ, ਟਰੈਕਟਰਾਂ 'ਚ ਅਸੀਂ ਝੰਡੇ ਵੀ ਖਰੀਦਣੇ ਆ। ਖਾਣਾ ਪੀਣਾ ਲੰਗਰ ਦਾ ਤਾਂ ਮਾਲਕ ਨੇ ਬਹੁਤ ਜ਼ਿਆਦਾ, ਤੈਨੂੰ ਪਤਾ ਗੁਰੂ ਨਾਨਕ ਦੇਵ ਜੀ ਦਾ 13 ਦਾ ਲੰਗਰ ਚੱਲਦਾ ਹੀ ਚੱਲਦਾ। ਇਹ NIA ਨੂੰ, NIA ਵੀ ਉਹ ਦੇਖੋ ਜੋ ਮੁਲਾਜ਼ਮ ਆ, ਆਫਿਸਰ ਆ, ਉਹ ਮਜਬੂਰ ਆ, ਉਹ ਆਉਂਦੇ ਆ ਸਰਕਾਰ ਦੇ ਕਹਿਣੇ ਤੇ, ਮੋਦੀ ਸਰਕਾਰ ਤੇ, ਮੋਦੀ ਦੇ ਕਹਿਣ ਤੇ, ਚਾਹੇ ਸਾਡੇ ਗਾਇਕ ਭਰਾਵਾਂ ਨੂੰ, ਚਾਹੇ ਕਿਸਾਨਾਂ ਨੂੰ, ਚਾਹੇ ਟਰਾਂਸਪੋਰਟਰਾਂ ਨੂੰ ਜਾਂ ਹੋਰਾਂ ਨੂੰ, ਇਹ ਨਾ ਸਿੱਧੇ ਢੰਗ ਦੇ ਨਾਲ ਡੈਮੋਕ੍ਰੇਸੀ ਨੂੰ ਜਮਾਂ ਹੀ ਬਸ ਘਾਣ ਕਰਨ ਤੇ ਤੁਲੇ ਹੋਇਆ। ਮੈਂ ਇਦੋਂ ਮਨ ਕੀ ਕਹਾਂ ਤੁਹਾਨੂੰ ਭਾਈ ਸਾਹਿਬ। ਇਸੇ ਸਾਡੇ ਕਿਸਾਨ ਆਗੂ ਜਿਹਨੇ ਕਿਹਾ ਕਿ ਜਿਹੜੀ ਇੱਕ ਡੈਮੋਕ੍ਰੇਸੀ ਹੈ ਉਹ ਬਣੀ ਹੋਈ ਹੈ, ਉਸ ਨੂੰ ਲੈ ਕੇ ਜਿਹੜੀ ਇੱਕ ਬਾਬਰ ਇਹੀ ਗੱਲ ਕਹੀ ਜਾ ਰਹੀ ਹੈ, ਜਿਹੜੀ ਫੰਡਿੰਗ ਹੋ ਰਹੀ ਹੈ ਇਹ ਬਾਹਰ ਮੁਲਕਾਂ ਫੰਡਿੰਗ ਹੋ ਰਹੀ ਆ। ਪਰ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਜਿਹੜਾ ਅੱਜ ਇਹਨਾਂ ਨੇ ਖੂਨਦਾਨ ਕੈਂਪ ਲਗਾਇਆ, ਜਿਹਦੀ ਕਿਸਾਨੀ ਸ਼ਹੀਦਾਂ ਦੀ ਸਮਰਪਿਤ ਨੂੰ, ਉਸ ਨੂੰ ਮੁੱਖ ਰੱਖਦੇ ਹੋਏ ਅੱਜ ਇੱਥੇ ਕਈ ਪੁਲਿਸ ਮੁਲਾਜ਼ਮਾਂ ਨੇ, ਰੇਲਵੇ ਦੀ ਪੁਲਿਸ ਮੁਲਾਜ਼ਮਾਂ ਨੇ, ਹੋਰ ਕਈ ਕਿਸਾਨ ਆਗੂਆਂ ਨੇ ਇੱਥੇ ਜਿਹੜਾ ਕੈਂਪ ਲਗਾਇਆ। ਜਿਹੜਾ ਕੈਂਪ 3 ਵਜੇ ਤੱਕ ਚੱਲਣਾ ਹੈ। ਹੁਣ ਦੇਖਣਾ ਹੋਊਗਾ ਇਹਦੇ ਕਿੰਨੇ ਖੂਨਦਾਨ ਆਪਣਾ ਖੂਨ ਦੇ ਕੇ ਜਾ ਰਹੇ ਆ। ਦੈਨਿਕ ਸਵੇਰਾ TV ਤੋਂ ਸੰਜੇ ਸੈਣੀ, ਖੰਨਾ। All World Open Challenge 17-time gold medalist Mia Rafiq Mohammed, Pandit Maulvi, Begum, Tantrik, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री मिया रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।